ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ ਕੋਟ ਇੰਦਰ ਇੰਦਰਾਣ ਸ਼ਾਹੇ ਸ਼ਾਹਾਨ ਗਨਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥਾ ਕਵਣ ਕਰਮ ਨਾਮ ਬਰਨਤ ਸੁਮਤ। ਹਰਿ ਜੁ ਰਾਖ ਲਿਹੋ ਪਤ ਮੇਰੀ ਜਮ ਕੋ ਤਰਾਸ ਪਇਓ ਉਰਯੰਤਰ ਸ਼ਰਨ ਗਹੀ ਕਿਰਪਾ ਨਿਧ ਤੇਰੀ ਰਹਾਉ। ਮਹਾਪਤਿਤ ਮੁਗਧ ਲੋਭੀ ਫੁਨ ਕਰਤ ਪਾਪ ਅਬਹਾਰਾ ਪੈ ਮਰਬੇ ਕੋ ਬਿਸਰਿਤ ਨਾਹਿਨ ਤੇ ਚਿੰਤਾ ਤਨ ਜਾਰਾ। ਕੀਏ ਉਪਾਵ ਮੁਕਤ ਕੇ ਕਾਰਣ ਦਹਿੰਦ ਸੁਕੋ ਉਠਤਾਇਆ ਕਟ ਹੀ ਭੀਤਰ ਬਸੈ ਨਿਰੰਜਨ ਤਾ ਕੋ ਮਰਮ ਨਾ ਪਾਇਆ। ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ। ਨਾਨਕ ਹਾਰ ਪਰਿਓ ਸ਼ਰਨਾਗਤ ਅਭੈ ਦਾਨ ਪ੍ਰਭ ਦੀਜੈ। ਅਮਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਮਾਇਆ ਮੋਹ ਪਰਮ ਪੈ ਪੂਲ ਸੁਤ ਦਾਰਾ ਸਿਉ ਪ੍ਰੀ। ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਸੋ ਕਹੁ ਟਲ ਗੁਰ ਸੇਵੀਐ ਅਹਨਿਸ ਸਹਜ ਸੁ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਬਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੈਸਾ ਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੈਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾਕੈ।
कंचन माटी मानै, जो नार दुख में दुख नहीं मानै, सुख स्नेह अर पै नहीं जाकै, कंचन माटी मानै रहाओ। नह निंदिया नह उस्तत जाकै, लोभ मोह अभिमाना, हरख सोग तेरह नियारो, नाहि मान अपमाना, आशा मनसा सगल त्यागै, जग तेरह निराशा, काम क्रोध जेह पर सैनाहन, तेह घट ब्रह्म निवासा, गुर कृपा जेह नर कौ कीनी, तेह एह जुगत पछानी, नानक लीन पयो गोबिंद स्याम, ज्यों पानी संग पानी, गुर कृपा जेह नर कौ कीनी, तेह एह जुगत पछानी, नानक लीन पयो गोबिंद स्याम, ज्यों पानी संग पानी। वाहिगुरु जी का खालसा, वाहिगुरु जी की फतेह। धन धन गुरदेव जिस संग हर जपे, गुर कृपाल जब भये, ਤਾਂ ਔਗਣ ਸਭ ਛਪੇ। ਦੀਨ ਦਿਆਲ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ महाराज। महाराजियों की पावन पवित्र हजूरी अंदर पावन आसा की वार दे मुबारक कीर्तन हुणे ही सरवण कर रहे सां, और महाराजियों के अज दे होए आए हुए पावन पवित्र श्री मुख वाक धन गुरु तेग बहादुर महाराजियों की मुकद्दस रसना तो उच्चारण कीते हुए बोल राग सोरठ विच महाराजियां ने जो बख्शिश कीते हन, हुणे ही शब्द दा पाठ सरवण कीता है। साध संगत जीओ, जिथे पावन पवित्र शब्द दी विचार करने हाँ, जे कोई भी दिन दिहाड़ दिहाड़ा होवे, आपां उस संबंध दे विच भी जरूर दर्शन करने हाँ। जो अज दा दिन है दिल्ली फतेह दिवस, जिस वक्त सन 1783 ਨੂੰ बाबा बघेल सिंह, सरदार जस्सा सिंह आलूवालिया, सरदार जस्सा सिंह जी रामगढ़िया, इन्हां दी कमांड दे हेठ वड्डी भारी गिणती दे अंदर गुरु के खालसे ने दिल्ली फतेह कीती सी, और उस पावन पवित्र मुबारक जेड़े जेड़े महाराजियों के पावन पवित्र स्थान सन, जिवें सीसगंज पावन पवित्र स्थान, मजनू का टिल्ला,
ਗੁਰਦੁਆਰਾ ਰਕਾਬਗੰਜ ਸਾਹਿਬ ਦਾ ਪਾਵਨ ਮੁਬਾਰਕ ਅਸਥਾਨ, ਉਹਨਾਂ ਅਸਥਾਨਾਂ ਦੀਆਂ ਗੁਰੂ ਕੇ ਖਾਲਸੇ ਨੇ ਸਾਧ ਸੰਗਤ ਜੀ ਉੱਥੇ ਸੇਵਾਵਾਂ ਕਰਵਾਈਆਂ। बहुत एक भारी जो महाराजियों का पावन पवित्र गुरु के खालसे का जो इतिहास है। आप जी दरबार साहब नतमस्तक होने वास्ते जाते हो मत्था टेकन, रामगढ़िए बुंगे दे अंदर ओ वाली सिल, जिस सिल दे ऊपर बैठ के कदे औरंगजेब ने 9वें पातशाह जी ਨੂੰ ਸ਼ਹੀਦ ਕਰਨ ਦਾ ਫਤਵਾ ਜਾਰੀ ਕੀਤਾ ਸੀ, ਹੁਕਮ ਸੁਣਾਇਆ ਸੀ, ਉਹ ਸਿੱਲ ਵੀ ਗੁਰੂ ਕੇ ਖਾਲਸੇ ਨੇ ਪੱਟ ਕਰਕੇ ਹਾਥੀਆਂ ਮਗਰ ਪਾ ਕੇ ਧੰਨ ਗੁਰੂ ਰਾਮਦਾਸ ਮਹਾਰਾਜਿयों ਕੇ ਚਰਨੀ ਲੈ ਆਂਦੀ। ਉਹ ਇਸ ਭਾਵਨਾ ਦੇ ਪਿੱਛੇ ਕਿ हे ਪਾਤਸ਼ਾਹ ਜਿਹੜੇ ਦੁਨਿਆਵੀ ਤਖਤ ਹਨ ਉਹ ਆਪ ਜੀਆਂ ਤੋਂ ਸਦੀਵੀ, ਬਾਕੀ ਜਿਤਨੇ ਵੀ ਤਖਤ ਹਨ ਆਪ ਜੀਆਂ ਦੇ ਤਖਤਾਂ ਤੋਂ ਨੀਵੇਂ ਹਨ। ਇਹ ਜਿਹੜਾ ਹਮੇਸ਼ਾ ਸਦੀਵੀ ਜਿਹੜਾ ਜਾਗਦਾ ਇਤਿਹਾਸ ਹਮੇਸ਼ਾ ਵਾਸਤੇ ਗੁਰੂ ਕੇ ਖਾਲਸੇ ਦਾ ਸ਼ਾਨਾ ਮਤਾ ਇਤਿਹਾਸ ਅਗਲੇਰੇ ਸਮੇਂ ਦੇ ਅੰਦਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਚਾਨਣ ਮੁਨਾਰਾ ਰਾਹ ਦਸੇਰਾ ਰਹੇਗਾ। ਜਿਸ ਵਕਤ ਗੁਰੂ ਕੇ ਖਾਲਸੇ ਨੇ 30 ਹਜ਼ਾਰੀ ਫੌਜ ਦੇ ਨਾਲ ਇੱਕ ਥਾਂ ਉਹਨਾਂ ਨੇ ਪੜਾਅ ਕੀਤਾ, ਅੱਜ ਵੀ ਜਿਹੜੇ ਉਹਨਾਂ ਥਾਵਾਂ ਦੇ ਨਾਮ ਹਨ ਜਿਵੇਂ 30 ਹਜ਼ਾਰੀ ਕੋਟ ਹੈ ਜਾਂ ਮੋਰੀ ਗੇਟ ਹੈ, ਜਿੱਥੋਂ ਗੁਰੂ ਕੇ ਖਾਲਸੇ ਨੇ ਕੰਧ ਦੇ ਅੰਦਰ ਮੋਰੀ ਕਰਕੇ ਅੰਦਰ ਲੰਘੇ ਸਨ, ਇੱਕ ਕਿਲੇ ਦੀ ਫਸੀਲ ਜਾਂ ਜਿਹੜੀ 4 ਦੀਵਾਰੀ ਸੀ ਉਹਦੇ ਅੰਦਰ, ਉਹਦੇ ਨਾਮ ਅੱਜ ਵੀ ਉਸੇ ਤਰ੍ਹਾਂ ਹਨ। ਇਹ ਜਿਹੜਾ ਵਾਕਿਆਤ ਹੈ ਸਾਧ ਸੰਗਤ ਜੀਓ, ਇਹ ਹੈ ਸਨ 1783 ਦਾ। ਇੱਕ ਪਾਸਿਓ ਬਾਬਾ ਬਘੇਲ ਸਿੰਘ ਜੀਆਂ ਨੇ ਹਮਲਾ ਕੀਤਾ, ਹਿਸਾਰ ਵਾਲੇ ਪਾਸੇ ਤੋਂ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਉਹਨਾਂ ਨੇ ਹਮਲਾ ਕੀਤਾ। 3 ਥਾਵਾਂ ਤੋਂ ਹਮਲਾ ਹੋਇਆ ਔਰ ਦਿੱਲੀ ਨੂੰ ਫਤਿਹ ਕੀਤਾ ਉਸ ਥਾਂ ਤੇ। ਉਹ ਅੱਜ ਦਾ ਜਿਹੜਾ ਮਹਾਨ ਦਿਨ ਹੈ ਸਾਧ ਸੰਗਤ ਜੀਓ, ਗੁਰੂ ਕੇ ਖਾਲਸੇ ਦਾ ਸ਼ਾਨਾ ਮੱਤਾ ਇਤਿਹਾਸ ਹੈ। पावन पवित्र लड़ीवार शब्द विचार जो है महाराजियों की, धन धन सतगुरु श्री गुरु तेग बहादुर महाराजियों के पावन अज दे जो मुबारक मुखवाक आए हैं शब्द, आओ साध संगत जीओ पहला आए हुए पावन शब्द की विचार करांगे, उपरंत लड़ीवार जो शब्द विचारां भी चल रही हैं गुरु के पावन स्थानां ते ओ भी विचारांगे। सो आओ साध संगत जीओ करो मन बिरतियां नूं इकागर, उचारण करो जी सतनाम श्री वाहेगुरु साहिब जी, सतनाम श्री वाहेगुरु साहिब जी। सोरठा महला नावा, जो नर दुख मैं दुख नहीं मानदा। राग सोरठ है। धन गुरु तेग बहादुर महाराज सच्चे पातशाह 9वें गुरुदेव महाराज जी शब्द दे उचारण करता हन। महाराजियों ने बात अज उस महान पवित्र आत्मा दे बाबत दस रहे हैं जिस हिरदे दे अंदर ब्रह्म का निवास हो चुका है, जिस हिरदे दे अंदर उस परिपूर्ण परमात्मा ने निवास कर लिया है। महाराज जी बचन करते हैं, हे भाई ਉਹ ਜਿਹੜੀ फिर पवित्र आत्मा है जो नर दुख मैं दुख नहीं माना। दुख आया होवे, दुख आया होवे ते दुख विच दुख नूं ना मन्ने। ਇਹ ਜਿਹੜੀਆਂ ਆਤਮਿਕ ਅਵਸਥਾਵਾਂ ਹਨ, ਕਿਉਂਕਿ ਜਿਹੜਾ ਮਨੁੱਖ ਹੈ ਇਸ ਦੁੱਖ ਦੇ ਅੰਦਰ ਤਥਾ ਇਸ ਸੁਖ ਦੇ ਅੰਦਰ ਬੱਝਾ ਹੋਇਆ ਉਸੇ ਤਰ੍ਹਾਂ ਹੀ ਕਰਦਾ ਹੈ ਜਿਵੇਂ ਇਹ ਦੁੱਖ ਤੇ ਸੁਖ ਇਹਨੂੰ ਕਰਾਉਂਦੇ ਹਨ।
ਸੁਖ ਆਇਆ, ਸੁਖ ਦੇ ਅੰਦਰ, ਖੁਸ਼ੀ ਦੇ ਅੰਦਰ ਇਹ ਬਾਵਰਾ ਹੋ ਗਿਆ। ਦੁੱਖ ਆਇਆ ਤੇ ਦੁੱਖ ਦੇ ਅੰਦਰ ਝੱਲਾ ਹੋ ਗਿਆ। ਮਹਾਰਾਜੀਆਂ ਦੇ ਪਾਵਨ ਪਵਿੱਤਰ ਬਾਣੀ ਦੇ ਜਿਹੜੇ ਸ਼ਬਦ ਹਨ, ਕਬੀਰ ਮਾਇਆ ਡੋਲਣੀ ਪਵਨ ਚ ਘੋਲਣ ਹਾਰ, ਜਾਂ ਪਾਵਨ ਪਵਿੱਤਰ ਬਚਨ ਆਪਾ ਪੜਨੇ ਹਾਂ। ਮਾਟੀ ਕੋ ਪੁਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ, ਦੌਰਿਓ ਫਿਰਤ ਹੈ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਉਹ ਤਾਂ ਆਮ ਜਿਹੜੀ ਦੁਨੀਆ ਉਹਦਾ ਸੁਭਾਅ ਮਹਾਰਾਜ ਜੀ ਲਿਖਦੇ ਹਨ ਕਿ ਭਾਈ ਇਦਾਂ ਦਾ ਸੁਭਾਅ ਹੈ। ਪਰ ਜਿਹੜੇ ਅੱਜ ਦੇ ਸ਼ਬਦ ਵਿੱਚ ਮਹਾਰਾਜ ਜੀਆਂ ਨੇ ਸ਼ਬਦ ਦੇ ਅੰਦਰ ਬਚਨ ਕਹੇ, ਕੋਈ ਉਹ ਆਮ ਸਰੀਰ ਨਹੀਂ ਹੈ। ਉਹਦੇ ਅੰਦਰ ਪਰਿਪੂਰਨ ਪਰਮਾਤਮਾ ਨੇ ਸਾਧ ਸੰਗਤ ਜੀਓ ਮਹਾਰਾਜ ਕਹਿੰਦੇ ਭਾਈ ਨਿਵਾਸ ਕੀਤਾ ਹੈ। ਕਿਸ ਦੇ ਅੰਦਰ ਦੁੱਖ ਆਇਆ ਹੋਵੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਦੁੱਖ ਆਇਆ ਹੋਵੇ, ਦੁੱਖ ਵਿੱਚ ਦੁੱਖ ਨੂੰ ਨਾ ਮੰਨੇ। ਦੁੱਖ ਆਉਂਦਾ ਕਿੱਥੇ ਹੈ? ਦੁੱਖ ਤਾਂ ਸਰੀਰ ਦੇ ਉੱਪਰ ਆਇਆ। ਬਾਬਾ ਕਬੀਰ ਸਾਹਿਬ ਜੀਆਂ ਦਾ ਇੱਕ ਪਾਵਨ ਪਵਿੱਤਰ ਸ਼ਬਦ, ਉਹ ਇਸ ਪਾਵਨ ਪਵਿੱਤਰ ਸ਼ਬਦ ਦੇ ਹੋਰ ਸੌਖੇ ਅਰਥ ਕਰ ਦੇਵੇਗਾ। ਬਾਦਸ਼ਾਹ ਲੋਧੀ ਨੇ ਬਾਬਾ ਕਬੀਰ ਸਾਹਿਬ ਜੀਆਂ ਨੂੰ ਹਾਥੀਆਂ ਅੱਗੇ ਬੰਨ੍ਹ ਕੇ ਸਟਵਾਇਆ। ਬਾਬਾ ਕਬੀਰ ਸਾਹਿਬ ਜੀ ਸ਼ਬਦ ਵਿੱਚ ਲਿਖਦੇ ਹਨ ਕਿ 3 ਬਾਰ ਪਤੀਆ ਪਰ ਲੀਨਾ, ਮਨ ਕਠੋਰ ਅਜੂ ਨਾ ਪਤੀਨਾ। ਇੱਕ ਵਾਰ ਛੱਡੋ, 2 ਵਾਰ ਛੱਡੋ, ਕਹਿੰਦੇ 3 ਵਾਰ ਤੁਸਾਂ ਨੇ ਪਰਖ ਕੇ ਵੇਖ ਲਿਆ, ਅਜੇ ਵੀ ਤੁਹਾਡਾ ਹਿਰਦਾ ਰੱਜਿਆ ਨਹੀਂ। ਰੇ ਮੁਹਾਵਤ ਤੁਝ ਡਾਰੋਂ ਕਾਟ, ਇਸੈ ਤਰਾਵੋ ਘਾਲੋ ਸਾਟ। ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਕੁੰਚਰ ਪੋਟ ਲੈ ਲੈ ਨਮਸਕਾਰੈ, ਬੂਝੀ ਨਾਹੀ ਕਾਜੀ ਅੰਧਿਆਰਾ। 3 ਬਾਰ ਪਤੀਆ ਪਰ ਲੀਨਾ, ਮਨ ਕਠੋਰ ਅਜੂ ਨਹੀਂ ਪਤੀਨਾ। ਤੇ ਬਾਬਾ ਕਬੀਰ ਸਾਹਿਬ ਜਿਹੜਾ ਬਚਨ ਫਿਰ ਕਰਦੇ ਨੇ, ਉਹ ਕਹਿਣ ਲੱਗੇ ਭਾਈ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ। ਸੱਟ ਵੱਜਦੀ ਕਿਸ ਥਾਂ ਤੇ ਹੈ? ਸਰੀਰ ਤੇ ਵੱਜੀ, ਬਾਂਹ ਤੇ ਵੱਜੀ, ਲੱਤ ਤੇ ਵੱਜੀ, ਸਰੀਰ ਦੇ ਉੱਪਰ। ਬਾਬਾ ਜੀ ਕਹਿੰਦੇ ਸੱਟ ਤਾਂ ਸਰੀਰ ਤੇ ਹੈ, ਮਨ ਤੇ ਤਾਂ ਕੋਈ ਨਹੀਂ ਨਾ। ਡੁਲਾ ਰਹੇ ਹੋ ਮੈਨੂੰ ਚੁੱਕ ਕੇ ਤੁਸੀਂ, ਕਦੇ ਇਸ ਪਾਸੇ ਪੰਡ ਬੰਨ ਕੇ ਸੁੱਟ ਰਹੇ ਹੋ, ਕਦੇ ਦੂਸਰੇ ਪਾਸੇ ਸੁੱਟ ਰਹੇ ਹੋ। ਸੁੱਟ ਤਾਂ ਤੁਸੀਂ ਸਰੀਰ ਨੂੰ ਰਹੇ ਹੋ, ਆਤਮਾ ਨੂੰ ਤਾਂ ਨਹੀਂ ਸੁੱਟ ਰਹੇ। ਕੈਸੇ ਪਾਵਨ ਪਵਿੱਤਰ ਅਧਿਆਤਮਕ ਮੰਡਲ ਦੇ ਪਾਵਨ ਬੋਲ। ਕਹਿੰਦੇ ਸੱਟ ਤਾਂ ਤੁਸੀਂ ਸਰੀਰ ਤੇ ਮਾਰ ਰਹੇ ਹੋ, ਮਨ ਨਾ ਡਿਗਾ, ਪਰ ਮੇਰਾ ਮਨ ਡੋਲਿਆ ਨਹੀਂ ਹੈ। ਤਨ ਕਾਹੇ ਕੋ ਡੁਲਾਏ। ਤਨ ਨੂੰ ਜਿਤਨਾ ਮਰਜੀ ਤੁਸੀਂ ਡਰਾ ਲਓ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਮਹਾਰਾਜ ਲੱਗੇ ਕਹਿਣ ਭਾਈ ਜਿਹੜਾ ਵੀ ਕੋਈ ਇਸ ਪ੍ਰਕਾਰ ਦੇ ਨਾਲ ਦੁੱਖ ਵਿੱਚ ਆਏ ਹੋਏ ਦੁੱਖ ਨੂੰ ਨਹੀਂ ਮੰਨਦਾ, ਸੁਖ ਸਨੇਹੁ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਔਰ ਅੱਗੇ ਕਹਿਣ ਲੱਗੇ ਸੁਖ ਸਨੇਹ ਇਸੇ ਤਰ੍ਹਾਂ ਹੀ ਸੁਖ ਵੀ ਹੈ। ਜਿਵੇਂ ਦੁੱਖ ਹੈ ਮਹਾਰਾਜ ਕਹਿੰਦੇ ਸੁਖ ਵੀ ਇਦਾਂ ਦਾ ਹੀ ਹੈ। ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਮਹਾਰਾਜ ਕਹਿੰਦੇ ਭਾਈ ਸੁਖ ਦੇ ਯਤਨ ਕੀਤੇ ਨੇ, ਕਦੇ ਕਿਸੇ ਨੇ ਦੁੱਖ ਦੇ ਯਤਨ ਤਾਂ ਨਹੀਂ ਕੀਤੇ। ਬੰਦਾ ਜਿੰਨਾ ਵੀ ਆਕਾਰ ਵਿਹਾਰ ਕਰਦਾ ਹੈ, ਕੋਈ ਨੌਕਰੀ ਕੀਤੀ, ਇੰਨਾ ਜੀਵਨ ਦੇ ਆ ਝਮੇਲੇ ਬੰਦੇ ਨੇ ਸਹੇੜੇ ਨੇ, ਇਹ ਮਹਾਰਾਜ ਕਹਿੰਦੇ ਸੁਖ ਦੇ ਵਾਸਤੇ ਨੇ ਕਿ ਦੁੱਖ ਵਾਸਤੇ ਹਨ? ਹੈਣ ਤਾਂ ਸੁਖ ਵਾਸਤੇ ਕੀਤੇ। ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਦੁੱਖ ਦਾ ਤਾਂ ਕੋਈ ਯਤਨ ਕੀਤਾ ਹੀ ਨਹੀਂ। ਮਹਾਰਾਜ ਕਹਿੰਦੇ ਜੇ ਯਤਨ ਨਹੀਂ ਵੀ ਕੀਤਾ, ਦੁੱਖ ਤਾਂ ਵੀ ਆਇਆ ਹੈ। ਇਦਾਂ ਹੀ ਹੈ। ਸੁਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਸੁਖ ਸਨੇਹੋ ਅਰ ਭੈ ਨਹੀਂ ਜਾਕੈ। ਨਾ ਉਹਦੇ ਵਾਸਤੇ ਸੁਖ ਉਸੇ ਤਰ੍ਹਾਂ ਨਾ ਉਹਨੂੰ ਡੁਲਾ ਸਕਦਾ ਹੈ, ਨਾ ਦੁਨਿਆਵੀ ਸਨੇਹ, ਨਾ ਕਿਸੇ ਪ੍ਰਕਾਰ ਦਾ ਕੋਈ ਭੈ। ਅਤੇ ਉਹ ਜੀਵ ਧਰਤੀ ਤੇ ਪਿਆ ਹੋਇਆ ਸੋਨਾ ਵੀ ਉਹਦੇ ਵਾਸਤੇ ਮਿੱਟੀ ਤੁਲ ਹੈ।
ਪਿਆ ਹੋਵੇ ਬਗਾਨਾ ਸੋਨਾ, ਕੋਲੋਂ ਇਸ ਪ੍ਰਕਾਰ ਲੰਘ ਗਿਆ ਜਿਵੇਂ ਮਿੱਟੀ ਪਈ ਹੋਵੇ। ਕੰਚਨ ਮਾਟੀ ਮਨ, ਇਹ ਮਹਾਰਾਜ ਜੀ ਉਸ ਜੀਵ ਦਾ ਜਿਹੜਾ ਸੁਭਾਵ ਹੈ ਮਹਾਰਾਜ ਬਿਆਨ ਕਰਦੇ ਹਨ। ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾ ਕੈ, ਲੋਭ ਮੋਹ ਅਭਿਮਾਨਾ। ਹੇ ਭਾਈ, ਹੁਣ ਉਹਦਾ ਮਹਾਰਾਜ ਜੀ ਹੋਰ ਅੰਦਰ ਦੱਸਦੇ ਹਨ। ਨਹਿ ਨਿੰਦਿਆ, ਨਾ ਉਹਦੇ ਵਾਸਤੇ ਨਿੰਦਿਆ, ਨਹਿ ਨਿੰਦਿਆ ਨਹਿ ਉਸਤਤ ਜਾ ਕੈ, ਲੋਭ ਮੋਹ ਅਭਿਮਾਨਾ। ਨਾ ਹੀ ਉਹਦੀ ਖੁਸ਼ਾਮਦੀ ਕੋਈ ਕਰੇ, ਨਾ ਖੁਸ਼ਾਮਦੀ ਵਿੱਚ ਖੁਸ਼ੀ ਹੁੰਦਾ ਹੈ। ਆਪਾਂ ਬੈਠੇ ਹਾਂ ਕਿਸੇ ਥਾਂ ਤੇ, ਦੂਰ ਦਰਾਡਿਓਂ ਕਿਸੇ ਬੰਦੇ ਨੇ ਆਣ ਕੇ ਕਹਿ ਦਿੱਤਾ ਜੀ ਤੁਹਾਡੇ ਬਾਰੇ ਕੋਈ ਫਲਾਣਾ ਬੰਦਾ, ਅਮਕਾ ਬੰਦਾ ਇਸ ਪ੍ਰਕਾਰ ਬਚਨ ਕਰ ਰਿਹਾ ਸੀ ਤੁਹਾਡੇ ਬਾਰੇ, ਨਿੰਦਿਆ ਬਾਰੇ। ਕਿੱਥੇ ਬੈਠਾ ਹੈ ਜੀਵ, ਕਿੱਥੇ ਬੈਠਾ ਹੈ ਗੱਲ ਕਰਨ ਵਾਲਾ, ਤੇ ਕਿੱਥੇ ਬੈਠਾ ਜੀਵ ਬੈਠਾ ਬੈਠਾ ਤਪ ਗਿਆ। ਹਾਲਾਂਕਿ ਇਸ ਬਾਤ ਦੀ ਤਾਂ ਕੋਈ ਹੈ ਹੀ ਨਹੀਂ ਵੀ ਗੱਲ ਕੀਤੀ ਹੈ ਜਾਂ ਨਹੀਂ ਕੀਤੀ, ਗੱਲ ਸੁਣੀ ਹੈ ਕਿ ਨਹੀਂ ਸੁਣੀ। ਤੀਸਰੇ ਨੇ ਆਣ ਕੇ ਗੱਲ ਕੀਤੀ, ਜੀਵ ਬੈਠਾ ਬੈਠਾ ਹੀ ਕਲਪ ਗਿਆ, ਬੈਠਾ ਬੈਠਾ ਹੀ ਕਲਪ ਗਿਆ। ਮਹਾਰਾਜ ਕਹਿੰਦੇ ਭਾਈ, ਜਿੰਨੀ ਭੈੜੀ ਨਿੰਦਿਆ ਹੈ ਉਨੀ ਭੈੜੀ ਖੁਸ਼ਾਮਦੀ ਵੀ ਉਨੀ ਭੈੜੀ ਹੈ। ਨੈ ਨਿੰਦਿਆ ਨੈ ਉਸਤਤ ਜਾ ਕੈ, ਲੋਭ ਮੋਹ ਅਭਿਮਾਨਾ। ਕਿਸੇ ਨੇ ਖੁਸ਼ਾਮਦੀ ਕਰ ਦਿੱਤੀ, ਖੁਸ਼ਾਮਦੀ ਵੀ ਉਸੇ ਤਰ੍ਹਾਂ ਹੈ, ਉਸਤਤ ਵੀ ਉਸੇ ਤਰ੍ਹਾਂ ਹੈ, ਨਿੰਦਿਆ ਵੀ ਉਸੇ ਤਰ੍ਹਾਂ ਹੈ। ਮਹਾਰਾਜ ਜੀਆਂ ਨੇ ਦੋਵਾਂ ਨੂੰ ਇੱਕ ਬਰਾਬਰ ਰੱਖਿਆ ਹੈ। ਖੁਸ਼ਾਮਦੀ ਕਰ ਦਿੱਤੀ, ਫਲਾਣਾ ਜੀ ਬਹੁਤ ਵਧੀਆ, ਜੀਵ ਅਹੰਕਾਰ ਵਸ ਹੋਇਆ ਹੈ। ਮੇਰੇ ਸਤਿਗੁਰੂ ਮਹਾਰਾਜ ਲੱਗੇ ਕਹਿਣ, ਭਾਈ ਨਹਿ ਨਿੰਦਿਆ ਨਹਿ ਉਸਤਤ ਜਾ ਕੈ, ਉਸਤਤ ਨਿੰਦਾ ਦੋ ਬਿਵਰਜਤ। ਮਹਾਰਾਜ ਜੀ ਤਾਂ ਕਹਿੰਦੇ ਭਾਈ ਉਸਤਤ ਤੇ ਨਿੰਦਿਆ ਦੋਵੇਂ ਵਿਵਰਜਤ ਨੇ, ਦੋਵੇਂ ਹੀ ਇਸ ਮਾਰਗ ਵਾਲੇ ਪਾਸੇ ਤੋਂ, ਜੀਵ ਨੂੰ ਰੱਬ ਦੇ ਮਾਰਗ ਵਾਲੇ ਪਾਸੇ ਤੋਂ ਤੋੜਨ ਵਾਲੀਆਂ ਹਨ। ਨੈ ਨਿੰਦਿਆ ਨੈ ਉਸਤਤ ਜਾ ਕੈ, ਲੋਭ ਮੋਹ ਅਭਿਮਾਨਾ। ਕੀ ਤਮਾ, ਕੀ ਮੋਹ, ਕੀ ਅਹੰਕਾਰ, ਉਹਦੇ ਹਿਰਦੇ ਉੱਪਰ ਹਰਖ ਇਤਨਾ ਸਾਰਾ ਕੁਛ ਲੇਸ਼ ਮਾਤਰ ਭੋਰਾ ਮਾਤਰ ਵੀ ਨਹੀਂ ਹੈ। ਹਰਖ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ। ਉਹ ਜੀਵ ਇਸੇ ਤਰ੍ਹਾਂ ਹੀ ਜਿਵੇਂ ਦੁੱਖ ਸੁੱਖ ਤੋਂ ਨਿਆਰਾ ਜੇ ਹੋਇਆ ਤਾਂ ਹੀ ਹਰਖ ਸੋਗ ਤੋਂ ਨਿਆਰਾ ਹੋਵੇਗਾ। ਜੇ ਦੁੱਖ ਤੇ ਸੁੱਖ ਤੋਂ ਨਿਆਰਾ ਨਹੀਂ, ਹਰਖ ਸੋਗ ਤੋਂ ਨਿਆਰਾ ਵੀ ਨਹੀਂ ਹੈ। ਹਰਖ ਸੋਗ ਤੇ ਰਹਿ ਨਿਆਰੋ, ਉਹ ਜੀਵ ਹਰਖ ਤਥਾ ਸੋਗ ਤੋਂ ਨਿਆਰਾ ਹੈ। ਨਾ ਉਹਨੂੰ ਖੁਸ਼ੀ ਨੇ ਡਲਾਇਆ, ਨਾ ਉਹਨੂੰ ਗਮੀ ਨੇ ਰਵਾਇਆ। ਉਹ ਇਹਨਾਂ ਤੋਂ ਬਾਹਰ ਹੋ ਕਰਕੇ, ਦ੍ਰਿਸ਼ਟਾ ਹੋ ਕੇ ਆ ਸੰਸਾਰ ਨੂੰ ਵੇਖਦਾ ਹੈ, ਬਾਹਰ ਹੋ ਕਰਕੇ ਵੇਖਦਾ ਹੈ। ਉਹ ਚੱਲ ਰਿਹਾ ਹੈ ਸਾਰਾ ਸੰਸਾਰ, ਸੰਸਾਰ ਚੱਲਦੇ ਹੋਏ ਨੂੰ ਬਾਹਰੋਂ ਹੀ ਵੇਖ ਰਿਹਾ ਹੈ, ਉਹਦੇ ਉੱਪਰ ਉਹਦਾ ਕੋਈ ਪ੍ਰਭਾਵ ਨਹੀਂ। ਹਰਖ ਸੋਗ ਤੇ ਰਹਿ ਨਿਆਰੋ, ਨਿਆਰਾ ਹੈ। ਨਾਹੇ ਮਾਣ ਅਪਮਾਨਾ, ਨਾ ਉਹਨੂੰ ਮਾਣਦਾ ਹੈ ਨਾ ਅਪਮਾਨਦਾ ਹੈ। ਕਿਸੇ ਨੇ ਕੁਝ ਬੋਲ ਕਹਿ ਦਿੱਤੇ, ਉਹਦਾ ਹਿਰਦੇ ਉੱਪਰ ਉਹਨਾਂ ਨੂੰ ਕੋਈ ਵੀ ਹਿਰਦੇ ਉੱਪਰ ਉਹਨਾਂ ਬੋਲਾਂ ਦਾ ਪ੍ਰਭਾਵ ਨਹੀਂ। ਤੇ ਇਸੇ ਤਰ੍ਹਾਂ ਜਿਹੜੇ ਮਾਣ ਵਾਲੇ ਸ਼ਬਦ ਸਨ, ਫਲਾਣਾ ਸਿਉ ਜੀ ਇਹ ਸੂਝਵਾਨ, ਇਹ ਸੂਝਵਾਨ, ਉਹਦਾ ਵੀ ਉਹਨਾਂ ਦੇ ਹਿਰਦੇ ਦੇ ਉੱਪਰ ਕੋਈ ਪ੍ਰਭਾਵ ਨਹੀਂ। ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਉਹਨਾਂ ਨੂੰ ਡਾਕਟਰੇਟ ਦੀ ਡਿਗਰੀ ਮਿਲੀ, ਸਨਮਾਨ ਮਿਲਿਆ, ਤੇ ਉਹਨਾਂ ਨੇ ਬੋਲਣ ਵਾਲੇ ਬੁਲਾਰੇ ਨੂੰ ਸਟੇਜ ਦੇ ਉੱਪਰ ਹੀ ਕਹਿ ਦਿੱਤਾ ਬਈ ਤੁਸੀਂ ਮੇਰਾ ਬਹੁਤਾ ਨਾਮ ਨਾ ਲਿਓ। ਚਲੋ ਖੈਰ, ਨਾਮ ਲਿਆ। ਸਟੇਜ ਤੋਂ ਹੀ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਦੋ ਸ਼ਬਦ ਬੋਲੋ, ਮਾਣ ਅਪਮਾਨ ਕੀ ਹੈ। ਉਹਨਾਂ ਨੂੰ ਕਿਹਾ ਗਿਆ ਕਿ ਦੋ ਹੀ ਸ਼ਬਦ ਜਿਹੜੇ ਤੁਸੀਂ, ਕਿ ਉਹਨਾਂ ਨੇ ਮੁਆਫੀ ਮੰਗੀ। ਉਹਨਾਂ ਨੇ ਕਿਹਾ ਚਲੋ ਨਹੀਂ, ਤੁਸੀਂ ਦੋ ਸ਼ਬਦ ਤਾਂ ਜ਼ਰੂਰ ਬੋਲੋ। ਜਦੋਂ ਵਾਰੀ ਆਈ ਬੋਲਣ ਦੀ, ਉਹਨਾਂ ਨੇ ਕੁਰਬਾਈ ਕਹੀ,
ਕਹਿਣ ਲੱਗੇ ਕਿ ਭੰਡਣ ਵਾਲਿਓ ਹੁਣ ਤਾਂ ਤੁਸੀਂ ਮੈਨੂੰ ਬਸ ਕਰੋ, ਕੱਜੀ ਰਿੱਝੇ ਕੁਝ ਨਾ ਬੁੱਝੇ ਤਦੇ ਤਾਂ ਭਰਦਾ ਰਸ। ਕਹਿੰਦੇ ਸਬਜੀ ਭਾਜੀ ਬਣਾਈਏ, ਜੇ ਆਪਾਂ ਉਹਨੂੰ ਉੱਪਰੋਂ ਢੱਕ ਦਈਏ ਤਾਂ ਹੀ ਉਹਦੇ ਵਿੱਚ ਰਸ ਭਰਦਾ ਹੈ। ਜੇ ਸਬਜੀ ਭਾਜੀ ਬਣਾਉਂਦੇ ਆ ਆਪਾਂ ਸਬਜੀ ਭਾਜੀ ਨੂੰ ਉੱਪਰੋਂ ਕੱਜ ਦਈਏ ਨਾ ਤਾਂ ਹੀ ਉਹਦੇ ਅੰਦਰ ਰਸ ਭਰਦਾ ਹੈ। ਤੁਸੀਂ ਮੈਨੂੰ ਕੱਜੇ ਰਹਿਣ ਦਿਓ, ਤੁਸੀਂ ਮੈਨੂੰ ਪ੍ਰਗਟ ਸੰਸਾਰ ਅੰਦਰ ਇਸ ਤਰ੍ਹਾਂ ਸ਼ਬਦ ਬੋਲ ਕਰਕੇ, ਇਸ ਤਰ੍ਹਾਂ ਤੁਸੀਂ ਪ੍ਰਗਟ ਜਾਂ ਸੰਸਾਰ ਦੇ ਅੰਦਰ ਮਾਣ ਵਾਲੇ ਬੋਲ ਬੋਲ ਕੇ ਇਸ ਤਰ੍ਹਾਂ ਨਾ ਪ੍ਰਗਟ ਕਰੋ। ਸਾਰੀ ਰਬਾਈ ਉਹਨਾਂ ਦੀ ਕਿ ਕੱਜੀ ਰਿੱਝੇ ਤਦੇ ਤਾਂ ਬੁੱਝੇ ਤਦੇ ਤਾਂ ਭਰਦਾ ਰਸ। ਕੱਜੀ ਰਿੱਝੇ ਕੁਝ ਨਾ ਬੁੱਝੇ ਤਦੇ ਤਾਂ ਭਰਦਾ ਰਸ। ਉਹਨਾਂ ਦੇ ਵਾਸਤੇ ਹੈ ਭਾਈ ਨਾਹੇ ਮਾਣ ਅਪਮਾਨਾ, ਅਜਿਹੀਆਂ ਰੂਹਾਂ ਵਾਸਤੇ ਭਾਈ ਨਾ ਮਾਣ ਨਾ ਅਪਮਾਨ, ਨਾ ਉਹਨਾਂ ਵਾਸਤੇ ਹਰਖ ਨਾ ਸੋਗ, ਉਹ ਇਹਨਾਂ ਤੋਂ ਨਿਆਰਾ ਰਹਿੰਦਾ ਹੈ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਇਹ ਭਾਈ ਉਹ ਆਸਾ ਤਥਾ ਮਨਸਾ, ਜਿਵੇਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ, ਆਸਾ ਤਥਾ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਆਸਾ ਤੇ ਮਨਸਾ ਬੰਨਣ ਵਾਲੀਆਂ ਹਨ, ਜਿਹਦੇ ਨਾਲ ਜੀਵ ਜਗਤ ਵਿੱਚ ਬੱਝਾ ਆਉਂਦਾ ਹੈ, ਜੰਮਦਾ ਆਉਂਦਾ ਹੈ। ਇਸ ਦੇ ਨਾਲ ਹੀ ਆਸਾ ਤਾਂ ਮਹਾਰਾਜ ਜੀਆਂ ਨੇ ਤਾਂ ਆਸਾ ਇਥੋਂ ਤੱਕ ਕਹਿ ਦਿੱਤੀ, ਚਲੋ ਦੁਨਿਆਵੀ ਤਾਂ ਛੱਡੋ। ਮਹਾਰਾਜ ਕਹਿੰਦੇ ਜੇ ਰੱਬ ਦਾ ਸਿਮਰਨ ਇਸ ਕਰਕੇ ਕੀਤਾ ਹੈ ਨਾ ਵੀ ਸਵਰਗ ਦੀ ਆਸ ਨਾਲ ਜਾਵਾਂਗਾ, ਮਹਾਰਾਜ ਕਹਿੰਦੇ ਉਹ ਵੀ ਖਤਰਨਾਕ ਹੈ। ਜੇ ਸਿਮਰਨ ਇਸ ਕਰਕੇ ਹੈ, ਸੇਵਾ ਕਰ, ਤਾਂ ਹੀ ਤਾਂ ਸ਼ਬਦ ਹੈ ਮਹਾਰਾਜ ਜੀਆਂ ਦਾ, ਸੇਵਾ ਕਰਤ ਹੋਏ ਨੇਹ ਕਾਮੀ। ਇੱਕ ਨੇਹ ਕਾਮੀ ਹੈ, ਇੱਕ ਸਹਿਕਾਮੀ ਹੈ। ਸਹਿਕਾਮੀ ਹੋ ਕੇ ਤਾਂ ਮਹਾਰਾਜ ਕਹਿੰਦੇ ਉਹ ਤਾਂ ਲਾਲਚ ਹੈ ਸਹਿਕਾਮੀ ਦਾ, ਬਈ ਰੱਬ ਜੀ ਤੁਸੀਂ ਮੇਰੇ ਨਾਲ ਇਹ ਕੀਤਾ ਮੈਂ ਆ ਕਰ ਸਕਦਾ ਹਾਂ। ਜਾਂ ਲੱਭ ਤਾਂ ਨੇ ਕਿਆ ਲੱਭ ਤਾਂ ਕੂੜਾ ਨੇ, ਕਿਚਰ ਝੱਤ ਲੰਗਾਈਆ ਛੱਪਰ ਟੁੱਟਾ ਮੇ। ਕਹਿੰਦੇ ਕਿੰਨਾ ਕੁ ਚਿਰ ਕਾਨਿਆਂ ਦੀ ਛੱਤ ਕਿੰਨਾ ਕੁ ਚਿਰ ਰਹੇਗੀ। ਬਾਬਾ ਜੀ ਕਹਿਣ ਲੱਗੇ ਕਿੰਨਾ ਕੁ ਚਿਰ ਰਹੇਗੀ ਕਾਨਿਆਂ ਦੀ ਛੱਤ। ਥੋੜੀ ਜੀ ਤੇਜ਼ ਹਵਾ ਹਨੇਰੀ ਆਉਣ ਦੀ ਦੇਰ ਹੈ, ਕਾਨਿਆਂ ਦੀ ਛੱਤ ਨੇ ਟੁੱਟ ਜਾਣਾ ਹੈ। ਜਿੱਥੇ ਪ੍ਰੀਤ ਪੈਸੇ ਦੀ ਹੈ, ਮਹਾਰਾਜ ਕਹਿੰਦੇ ਕਿੰਨਾ ਕੁ ਚਿਰ ਲੰਬੀ ਪ੍ਰੀਤ ਚੱਲੇਗੀ ਪੈਸਿਆਂ ਦੀ। ਜਿੱਥੇ ਦੋਸਤੀ ਦੇ ਅੰਦਰ, ਸਨੇਹ ਦੇ ਅੰਦਰ, ਕਿਸੇ ਵੀ ਰਿਸ਼ਤੇਦਾਰੀ ਅੰਦਰ ਜਾਂ ਆਪਸ ਦੇ ਅੰਦਰ ਜਿੱਥੇ ਮਾਇਆ ਕਾ ਸੰਬੰਧ ਹੈ, ਉਹਨਾਂ ਕਿੰਨਾ ਕੁ ਚਿਰ ਚੱਲੇਗੀ ਫਰੀਦਾ। ਜਾਂ ਲੱਭ ਤਾਂ ਨੇ ਕਿਆ ਲੱਭ ਤਾਂ ਕੂੜਾ ਨੇ, ਲਾਲਚ ਨਾਲ ਪਿਆਰ ਕੈਸਾ ਹੈ। ਲੱਭ ਤਾਂ ਕੂੜਾ ਨੇ, ਕਿਚਰ ਝੱਤ ਲੰਘਾਈਆ ਛੱਪਰ ਟੁੱਟਾ ਮੇ ਹੋ। ਭਾਈ ਫਿਰ ਉਹਦਾ ਰੌਲਾ ਪੈਣਾ ਹੈ। ਮਹਾਰਾਜੀਆਂ ਦੇ ਪਾਵਨ ਇਹ ਬਚਨ ਕਿ ਆਸਾ ਮਨਸਾ, ਇਹ ਆਸਾ ਤਥਾ ਮਨਸਾ ਇਹ ਵੀ ਬੰਨਣ ਵਾਲੀਆਂ ਹਨ। ਸੰਗਲ ਭਾਵੇਂ ਲੋਹੇ ਦਾ ਹੋ ਜਾਏ, ਸੰਗਲ ਭਾਵੇਂ ਸੋਨੇ ਦਾ ਹੋ ਜਾਏ, ਬੰਨਣ ਦਾ ਹੀ ਕੰਮ ਕਰਦਾ ਹੈ। ਆਸਾ ਮਨਸਾ ਭਾਵੇਂ ਭੈੜੀ ਹੋਵੇ ਭਾਵੇਂ ਹੋਵੇ ਚੰਗੀ ਹੈ ਤਾਂ ਉਹ ਆਸਾ ਮਨਸਾ ਹੀ। ਸਗਲ ਤਿਆਗਾ ਭਾਈ, ਉਹ ਆਪਣੇ ਹਿਰਦੇ ਤੋਂ ਇਹਨਾਂ ਦਾ ਤਿਆਗ ਕਰ ਦਿੰਦਾ ਹੈ। ਉਹ ਤਾਂ ਬਾਬਾ ਕਬੀਰ ਸਾਹਿਬ ਜੀਆਂ ਦੇ ਬੋਲ ਹਨ, ਪਾਵਨ ਪਵਿੱਤਰ ਸ਼ਲੋਕ ਬਚਨ ਕੀਤੇ ਬਾਬਾ ਕਬੀਰ ਸਾਹਿਬ ਜੀਆਂ ਨੇ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ, ਅੰਤ ਅਰ ਆਦ। ਸੁਰਗ ਨਰਕ ਤੇ ਮੈਂ ਰਹਿਓ, ਕਹਿੰਦੇ ਇਸ ਡਰ ਦੇ ਨਾਲ ਵੀ ਨਹੀਂ ਸਿਮਰਨ ਤੇ ਲਾਲਚਵਸ ਹੋ ਕੇ ਵੀ ਨਹੀਂ ਸਿਮਰਨ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ, ਅੰਤ ਅਰ ਆਦ। ਸਦੀਵੀ ਉਹਦੇ ਪਿਆਰ ਦੇ ਅੰਦਰ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਭਾਈ ਉਹ ਜਗਤ ਤੋਂ ਨਿਰਾਸ਼ ਹਨ। ਜਗਤ ਤੋਂ ਨਿਰਾਸ਼ ਇਸ ਪ੍ਰਕਾਰ ਨਿਰਾਸ਼ ਨਹੀਂ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਜੋਗੀਆਂ ਨੂੰ ਮਿਲੇ ਸਨ ਤੇ ਉਹਨਾਂ ਕਹਿ ਦਿੱਤਾ ਸੀ ਤਾਂ ਜੀ ਜਗਤ ਤੇ ਨਿਰਾਸ਼ ਹੋ ਕਰਕੇ ਆਏ ਹਾਂ। ਮਹਾਰਾਜ ਕਹਿੰਦੇ ਭਾਈ ਇਹ ਵਾਲੀ ਨਿਰਾਸ਼ਾ ਨਹੀਂ ਹੈ। ਨਿਰਾਸ਼ਾ ਕਿਹੜੀ ਹੈ ਮਹਾਰਾਜ? ਜਗਤ ਦੇ ਵਿੱਚ ਰਹਿੰਦਿਆਂ ਹੋਇਆਂ ਜਗਤ ਤੋਂ ਨਿਰਾਸ਼ ਹੋ ਜਾਣਾ। ਜੈਸੇ ਜਾਰਾ ਕਮਲ ਨਿਰਾਲਮ, ਸਤਿਗੁਰੂ ਜੀ ਨੇ ਫਿਰ ਉੱਥੇ ਉਦਾਹਰਨਾਂ ਦਿੱਤੀਆਂ।
ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੈ ਸੁਰਤ ਸ਼ਬਦ ਪਵ ਸਾਗਰ ਤਰੀਐ ਨਾਨਕ ਨਾਮ ਵਖਾਣੈ। ਇਸ ਤਰ੍ਹਾਂ ਦੇ ਨਾਲ ਨਿਰਾਸ਼ਾ ਰਹਿਣਾ ਜਗਤ ਦੇ ਅੰਦਰ, ਜਗਤ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਭਾਵ ਜਗਤ ਤੋਂ ਨਿਰਲੇਪ ਹੋ ਜਾਣਾ, ਉਹ ਐਸੇ ਹਨ ਜਗ ਤੇ ਰਹਿ ਨਿਰਾਸਾ। ਉਹ ਜਪਾਈ ਜਗਤ ਤੋਂ ਨਿਰਾਸ਼ ਹੋਏ। ਕਾਮ ਕ੍ਰੋਧ ਜਿਹ ਪਰਸੈ ਨਾਹਨ ਤੇਹ ਘਟ ਬ੍ਰਹਮ ਨਿਵਾਸਾ। ਇਹ ਭਾਈ ਜਿਨ੍ਹਾਂ ਨੂੰ ਇਹਨਾਂ ਵਕਾਰਾਂ ਦਾ, ਕਾਮ ਦਾ, ਕ੍ਰੋਧ ਦਾ ਭੋਰਾ ਮਾਤਰ ਵੀ ਜਿਨ੍ਹਾਂ ਦੇ ਉੱਪਰ ਲੇਸ਼ ਨਹੀਂ ਹੈ। ਜਿਹ ਪਰਸੈ ਨਾਹਿਨ ਜਿਨ੍ਹਾਂ ਨੂੰ ਨਹੀਂ ਪਰਸਦੇ ਇਹ ਵਿਕਾਰ। ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ। ਖਿਣ ਸਮੇਂ ਦੇ ਅੰਦਰ ਹੀ ਜੀਵ ਨੂੰ ਉਹਦੇ ਮਾਰਗ ਤੋਂ ਥੜਕਾ ਦਿੱਤਾ। ਤੇ ਮਹਾਰਾਜ ਕਹਿੰਦੇ ਭਾਈ ਜੇ ਕੋਈ ਐਸਾ ਹੈ ਜਿਹੇ ਪਰਸੈ ਨਾਹਿਨ ਜਿਨ੍ਹਾਂ ਨੂੰ ਨਹੀਂ ਪਰਸਦੇ, ਤੇਹ ਘਟ ਬ੍ਰਹਮ ਨਿਵਾਸਾ। ਭਾਈ ਉਹਦੇ ਹਿਰਦੇ ਦੇ ਅੰਦਰ ਬ੍ਰਹਮ ਦਾ ਨਿਵਾਸ ਹੈ। ਇਹ ਭਾਈ ਉਹਦੇ ਹਿਰਦੇ ਦੇ ਅੰਦਰ ਸਾਹਿਬ ਦਾ, ਪ੍ਰਮਾਤਮਾ ਦਾ, ਬ੍ਰਹਮ ਦਾ ਨਿਵਾਸ ਹੈ। ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇਹ ਇਹ ਜੁਗਤ ਪਛਾਨੀ। ਇਹ ਭਾਈ ਗੁਰੂ ਨੇ ਜਿਹਦੇ ਉੱਪਰ ਰਹਿਮਤ ਕੀਤੀ, ਗੁਰ ਕਿਰਪਾ ਜਿਹ ਨਰ ਕੋ ਕੀਨੀ। ਹੈ ਭਾਈ ਆਪਣੇ ਉਦਮ ਉਪਰਾਲੇ ਨਾਲ ਨਹੀਂ, ਜਿਨ੍ਹਾਂ ਦੇ ਸੀਸ ਤੇ ਮਾਲਕ ਜੀਆਂ ਨੇ ਰਹਿਮਤਾਂ ਭਰਿਆ ਹੱਥ ਰੱਖ ਦਿੱਤਾ ਤੇ ਇਹ ਜੁਗਤ ਪਛਾਨੀ। ਉਹਨਾਂ ਨੇ ਇਹ ਨਿਰਮਲ ਜੁਗਤੀ ਨੂੰ, ਨਿਰਮਲ ਰੀਤ ਨੂੰ ਪਛਾਣ ਲਿਆ ਹੈ। ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਇਹ ਭਾਈ ਉਹ ਗੋਬਿੰਦ ਸੰਗ ਇਸ ਤਰ੍ਹਾਂ ਲੀਨ ਹੋ ਗਏ ਜਿਵੇਂ ਪਾਣੀ ਅੰਦਰ ਪਾਣੀ ਮਿਲ ਗਿਆ। ਉਹ ਇਸ ਪ੍ਰਕਾਰ ਦੇ ਨਾਲ ਲੀਨ ਹੋ ਗਏ ਜਿਵੇਂ ਦੋ ਵੱਖ-ਵੱਖ ਥਾਵਾਂ ਦਾ ਪਾਣੀ ਇੱਕ ਥਾਂ ਤੇ ਮਿਕਸ ਕਰ ਦਿੱਤਾ। ਹੁਣ ਪਾਣੀ ਮਿਲ ਗਿਆ, ਕੋਈ ਪਾਣੀ ਨੂੰ ਚਾਹ ਕੇ ਵੀ ਵੱਖ ਨਹੀਂ ਕਰ ਸਕਦਾ। ਕਿਉਂ? ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮੋਏ। ਉਹ ਇੱਕ ਦੇ ਨਾਲ ਮਿਲ ਗਏ ਹਨ। ਮਹਾਰਾਜ ਜੀ ਤਾਂ ਪਾਵਨ ਪਵਿੱਤਰ ਬਚਨ ਕਰਦੇ ਹਨ ਭਾਈ ਇਸ ਪ੍ਰਕਾਰ ਦੇ ਨਾਲ ਹੁਣ ਮਿਲ ਗਏ। ਬਾਬਾ ਕਬੀਰ ਸਾਹਿਬ ਜੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਭਗਤ ਰਵਿਦਾਸ ਜੀਆਂ ਦੇ ਸ਼ਬਦ ਹਨ। ਬਾਬਾ ਕਬੀਰ ਸਾਹਿਬ ਜੀ ਵੀ ਕਹਿਣ ਲੱਗੇ ਭਾਈ ਹੁਣ ਅਸੀਂ ਸਾਹਿਬ ਦੇ ਨਾਲ ਇਸ ਪ੍ਰਕਾਰ ਮਿਲੇ ਹੋਏ ਹਾਂ, ਭਾਵ ਉਹਦੇ ਤੇ ਅੰਦਰ ਤਥਾ ਸਾਡੇ ਅੰਦਰ ਕੋਈ ਵੀ ਫਰਕ ਨਹੀਂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਜਿਸ ਪ੍ਰਕਾਰ ਪਾਣੀ ਅੰਦਰ ਪਾਣੀ ਮਿਲ ਜਾਏ ਤਥਾ ਉਸ ਪ੍ਰਕਾਰ ਦੇ ਨਾਲ ਅਸੀਂ ਰੱਬ ਦੇ ਨਾਲ ਅਸੀਂ ਇਸ ਪ੍ਰਕਾਰ ਮਿਲੇ ਹਾਂ।